ओके स्टूडेंट्स, हुण आपां नैक्सट टॉपिक स्टार्ट करन लगे एस्मा। सो एस्मा की कंडीशन हैगी है इहदे विच जिहड़ा ब्रोंकाई आ है ना, ब्रोंकाई दे विच इन्फ्लामेशन होनी शुरू हो जाती है। हुण ब्रोंकाई साडा एयर पैसेज वे हैगा आ जिहदे थ्रू साडा साह अंदर जांदा है इनटू दी लंग्स। सो अगर आपां नोज बनाउने आ, नोज तो पिछे साडे की आ जांदा आ फेरिंग्स, दैन उस तो बाद आ जाता लेरिंग्स, दैन आ जाता ट्रैकिया, दैन ब्रोंकाई, ब्रोंकाई डिवाइडेड इनटू ब्रोंक्यूल्स। सो आ जिहड़ा एरिया है ना, ये जिहड़ियां इन्फ्लामेशन जिन्हों आप पंजाबी च सोज कह दिंदे आ, इन्फ्लामेशन होनी शुरू हो जाती है या स्पाजम्स आने शुरू हो जाते हैं। सो अल्टीमेटली एस्मा च हो की रहा है, दा मतलब कि निकलदा आ कि जिहड़े ब्रोंकाई आ उहदे विच कंस्ट्रिक्शन हो गई। ਉਹਦਾ एक डायमीटर ਸੀਗਾ जो कि पहला फॉर एग्जाम्पल इन्ना सी, हुण कंस्ट्रिक्शन होने तो बाद की हो गया इन्ना रह गया, मीनस ਉਹਦਾ डायमीटर घट गया, नैरो हो गया। सो एस्मा ਨੂੰ ਤੁਸੀਂ कितना याद रखोगे, एक पाइप सी जो कि पहले इन्ने डायमीटर दी सी, हुण ਉਹਦਾ डायमीटर घट गया। ऑबवियसली जिन्हें नॉर्मल साह अंदर लैके जाना सी, हुण साह घट अंदर जाऊगा, राइट। सो इनू तुसी ब्रोंको कंस्ट्रिक्शन कह सकते हो, ब्रोंकोस्पाजम कह सकते हो, एंड इनू तुसी ब्रोंको या ब्रोंकियल नैरोइंग कह सकते हो कि नैरो हो गया। हुण एक चीज़ जिहड़ी चंगी भली काम कर रही सी, ਉਹਦਾ नैरो होना कोई चंगी गल है? नो। ये एनफ्लैक्स वास्ते तुहाडा इंपॉर्टेंट टॉपिक क्यों हैगा? बिकॉज ਇਹਦੇ ਵਿੱਚ एमरजेंसी कंडीशन क्यों आ? क्योंकि ਇਹਦੇ ਵਿੱਚ ਜਿਹੜਾ एयरवे आ ਉਹ ਬੰਦ ਹੁੰਦਾ ਜਾ ਰਿਹਾ ਆ, ਤੇ एयरवे ਨੂੰ ਹੀ ਓਪਨ ਰੱਖਣਾ ਸਭ ਤੋਂ ਆਪਾਂ ਕਹਿੰਦੇ ਆ ਕਿ ਜ਼ਰੂਰੀ ਕੰਮ ਆ ਆਪਣੇ ਪੇਸ਼ੈਂਟ ਨੂੰ ਸੇਵ ਕਰਨ ਲਈ। ਆਪਾਂ ABCs ਪੜ੍ਹਦੇ ਆ, एयरवे, ब्रीदिंग एंड सर्कुलेशन। ਉਹ 'ਚ ਸਭ ਤੋਂ ਪਹਿਲਾਂ ਆਪਾਂ ਇਹ ਧਿਆਨ ਰੱਖਣਾ ਹੁੰਦਾ ਕਿ ਮੇਰੇ ਪੇਸ਼ੈਂਟ ਦਾ एयरवे ਜਿਹੜਾ ਹੈ ਪੇਟੈਂਟ ਰਵੇ, ਓਪਨ ਰਵੇ, ਕਿ ਉਹਦਾ ਸਾਹ ਜਿਹੜਾ ਹੈ ਨਾ ਇਨਹਲੇਸ਼ਨ ਐਕਸਹਲੇਸ਼ਨ ਹੋ ਰਹੀ ਹੈ ਪੇਸ਼ੈਂਟ ਦੀ। ਸੋ ਹੁਣ ਇਹਦੇ ਵਿੱਚ ਆਪਾਂ ਟਰਮੀਨੋਲੋਜੀਜ਼ ਕਿੱਦਾਂ ਯਾਦ ਕਰਨੀਆਂ, ਸਾਨੂੰ ਕੁਐਸਚਨਸ ਕਿੱਦਾਂ ਆਉਂਦੇ ਆ। ਸੋ ਇਹਦੇ ਵਿੱਚ ਇੱਕ ਟਰਮੀਨੋਲੋਜੀ ਆਉਂਦੀ ਹੈ ਜਿਹੜਾ ਇਹਦਾ ਅਸੈਸਮੈਂਟ ਫਾਈਂਡਿੰਗ ਵੀ ਹੈਗੀ ਆ, ਵੀਜ਼ਿੰਗ। ਹੁਣ ਵੀਜ਼ਿੰਗ ਨੂੰ ਆਪਾਂ ਕਰੈਮ ਨਹੀਂ ਕਰਨਾ। ਵੀਜ਼ਿੰਗ ਇੱਕ ਤਰ੍ਹਾਂ ਦੀ ਸਾਊਂਡ ਆ, ਸਾਊਂਡ ਪ੍ਰੋਡਿਊਸ ਹੁੰਦੀ ਆ ਜਦੋਂ ਇੱਕ ਨਾਰਮਲ ਪੈਸੇਜ ਚੋਂ 에ਅਰ ਜਾ ਰਹੀ ਸੀ, ਉਦੋਂ ਬਰੀਦਿੰਗ ਸਾਊਂਡਸ ਆ ਰਹੀਆਂ ਸੀ, ਉਹ ਨਾਰਮਲ ਸੀਗੀਆਂ। ਬਟ ਹੁਣ ਉਹਦਾ 에ਅਰਵੇ ਨੈਰੋ ਹੋ ਗਿਆ, ਹੁਣ 에ਅਰ ਨੂੰ ਜਿਹੜੀ ਆ ਘੱਟ ਜਗ੍ਹਾ 'ਚੋਂ ਜਾਣਾ ਪੈ ਰਿਹਾ ਆ, ਤੇ ਉਹ ਕੀ ਆ, ਸਾਊਂਡ ਕ੍ਰੀਏਟ ਕਰਦੀ ਆ, ਵੀਜ਼ਿੰਗ ਸਾਊਂਡ ਕ੍ਰੀਏਟ ਕਰਦੀ ਆ। ਸੋ ਇਹ ਚੀਜ਼ ਬੈਡ ਹੈਗੀ ਆ, ਕੋਈ ਚੰਗੀ ਚੀਜ਼ ਨਹੀਂ ਹੈਗੀ। ਅਸੈਸਮੈਂਟ ਫਾਈਂਡਿੰਗ ਆ, ਇਹਦਾ ਮਤਲਬ ਪੇਸ਼ੈਂਟ ਨੂੰ ਐਸਮਾ ਅਟੈਕ ਆ ਰਿਹਾ ਹੈ ਨਾ। ਸੈਕਿੰਡ, ਅਗਰ ਆਪਾਂ ਕਹੀਏ ਕਿ ਇਹ ਵੀਜ਼ਿੰਗ ਪ੍ਰੋਗਰੈਸ ਕਰੀ ਜਾ ਰਹੀ ਹੈ, ਤੁਹਾਡੇ ਕੁਐਸਚਨ ਵਿੱਚ ਲਿਖਿਆ ਹੈ ਦ ਪੇਸ਼ੈਂਟ ਇਜ਼ ਹੈਵਿੰਗ ਐਸਮਾ ਅਟੈਕ ਐਂਡ ਦੀ ਵੀਜ਼ਿੰਗ ਇਜ਼ ਪ੍ਰੋਗਰੈਸਿੰਗ, ਕੀ ਇਹ ਚੰਗੀ ਗੱਲ ਆ? ਅਗੇਨ ਦਿਸ ਇਜ਼ ਵੈਰੀ ਬੈਡ ਸਾਈਨ। ਇੱਕ ਤੇ ਆਪਾਂ ਨੂੰ ਹੈਲਥ ਕੇਅਰ ਪ੍ਰੋਵਾਈਡਰ ਨੂੰ ਵੀ ਰਿਪੋਰਟ ਕਰਨਾ, ਇੱਕ ਆਪਾਂ ਨੂੰ ਇਮੀਡੀਏਟ ਟ੍ਰੀਟਮੈਂਟ ਕਰਨਾ ਇਸ ਪੇਸ਼ੈਂਟ ਵਾਸਤੇ। ਤੇ ਇਮੀਡੀਏਟ ਟ੍ਰੀਟਮੈਂਟ ਕੀ ਰਹੂਗਾ ਕਿ ਜਿਹੜੀ ਚੀਜ਼ ਪਹਿਲਾਂ ਬੰਦ ਹੋ ਰਹੀ ਸੀ ਤੁਸੀਂ ਉਹਨੂੰ ਖੋਲੋਗੇ ਦੁਬਾਰਾ ਤੋਂ, ਜੋ ਉਹਦਾ ਨਾਰਮਲ ਡਾਇਮੀਟਰ ਸੀ। ਸੋ ਖੋਲ੍ਹਣ 'ਤੇ ਆਪਾਂ ਸਭ ਤੋਂ ਪਹਿਲਾਂ ਕਿਹੜੀ ਡਰੱਗ ਦਿੰਦੇ ਆ? ਐਲਬਿਟਰੋਲ, ਕਿਉਂਕਿ ਇਹ ਸਾਡੀ ਫਾਸਟ ਐਕਟਿੰਗ ਜਿਹੜੀ ਹੈ ਨਾ ਡਰੱਗ ਹੈਗੀ ਆ, ਜਿਹੜੀ ਕੁਇਕਲੀ ਕੀ ਜਾ ਕੇ ਬ੍ਰੋਂਕਿਓਲਸ ਨੂੰ ਜਿੱਥੇ ਕੰਸਟ੍ਰਿਕਸ਼ਨ ਹੋਈ ਸੀ ਉਹਨੂੰ ਓਪਨ ਕਰ ਦਿੰਦੀ ਆ। ਸੋ ਪ੍ਰੋਗਰੈਸਿਵ ਵੀਜ਼ਿੰਗ ਅਗਰ ਤੁਹਾਨੂੰ ਸਾਈਨ ਐਂਡ ਸਿੰਪਟਮ ਨਜ਼ਰ ਆ ਰਿਹਾ ਹੈ ਨਾ ਕੁਐਸਚਨ ਦੇ ਵਿੱਚ, ਅਗੇਨ ਕੰਸੀਡਰ ਇਟ ਐਜ਼ ਵੈਰੀ ਬੈਡ। ਅਗਰ ਤੁਹਾਨੂੰ ਕੁਐਸਚਨ ਕਹਿੰਦਾ ਹੈ ਕਿ ਤੁਹਾਡਾ ਹੈ ਨਾ ਫੋਕਸ ਕਿਹਦੇ ਵੱਲ ਰਹੂਗਾ, ਜਾਂ ਨਰਸ ਦਾ ਕੰਸਰਨ ਕੀ ਰਹੂਗਾ? ਨਰਸ ਦਾ ਕੰਸਰਨ ਰਹੂਗਾ ਕਿ ਉਹਦੇ ਪੇਟੈਂਟ 에ਅਰਵੇ ਬਣਾ ਕੇ ਰੱਖੇ ਜਾਂ ਉਹਨੂੰ ਇਮੀਡੀਏਟ ਟ੍ਰੀਟਮੈਂਟ ਪ੍ਰੋਵਾਈਡ ਕਰੇ। ਕਿ ਇਸ ਪੇਸ਼ੈਂਟ 'ਚ ਤੁਸੀਂ ਫਰਦਰ ਅਸੈਸਮੈਂਟ ਕਰੋ ਕਿ ਜਿਹੜਾ ਤੁਹਾਨੂੰ ਆਲਰੇਡੀ ਪਤਾ ਲੱਗ ਗਿਆ ਹੈ ਕਿ ਇਹ ਪੇਸ਼ੈਂਟ ਇਜ਼ ਅਬਾਊਟ ਟੂ ਡਾਈ, ਦ ਪੇਸ਼ੈਂਟ ਇਜ਼ ਹੈਵਿੰਗ ਵੀਜ਼ਿੰਗ ਸਾਊਂਡਸ ਐਂਡ ਇਜ਼ ਪ੍ਰੋਗਰੈਸਿੰਗ। ਜਦੋਂ ਇੰਨਾ ਕੁਝ ਕੁਐਸਚਨ ਨਹੀਂ ਮੈਂਸ਼ਨ ਕਰਤਾ, ਅਸੈਸਮੈਂਟ ਕੁਐਸਚਨ ਨਹੀਂ ਮੈਂਸ਼ਨ ਕਰਤੀ ਵਿਚ ਲੁਕਸ ਲਾਈਕ ਲਾਈਫ ਥ੍ਰੈਟਨਿੰਗ, ਕਿ ਤੁਸੀਂ ਫਰਦਰ ਅਸੈਸਮੈਂਟ ਕਰੋਗੇ? ਨੋ, ਡੋਂਟ ਵੇਸਟ ਟਾਈਮ। ਸੋ ਡੂ ਰਿਮੈਂਬਰ ਵੈਨ ਦ ਪੇਸ਼ੈਂਟ ਇਜ਼ ਇਨ ਡਿਸਟ੍ਰੈਸ, ਡੂ ਨਾਟ ਅਸੈਸ। ਤੁਸੀਂ ਇਸ ਪੇਸ਼ੈਂਟ ਨੂੰ ਇੱਕ ਤੇ ਇਮੀਡੀਏਟ ਟ੍ਰੀਟਮੈਂਟ ਦਿਓਗੇ, ਨਾਲ ਹੀ ਹੈਲਥ ਕੇਅਰ ਪ੍ਰੋਵਾਈਡਰ ਨੂੰ ਰਿਪੋਰਟ ਕਰੋਗੇ। ਥਰਡ, ਇੱਕ ਕੁਐਸਚਨ ਦੀ ਫਾਰਮੇਸ਼ਨ ਆ ਜਾਂਦੀ ਹੈ ਇਸੇ ਐਸਮਾ ਨੂੰ ਲੈ ਕੇ, ਸਾਇਲੈਂਟ ਜਿਹੜਾ ਚੈਸਟ ਹੋ ਜੇ, ਸਡਨ ਸਾਇਲੈਂਟ ਚੈਸਟ। ਅਗੇਨ ਕਈ ਵਾਰੀ ਸਟੂਡੈਂਟਸ ਨੂੰ ਲੱਗਦਾ ਆ ਪਹਿਲਾਂ ਤੇ ਆਵਾਜ਼ਾਂ ਆ ਰਹੀਆਂ ਸੀ, ਵੀਜ਼ਿੰਗ ਸਾਊਂਡਸ, ਹੈ ਨਾ, ਕਿ ਇਹ ਆਵਾਜ਼ ਆਉਣੀ ਸਾਨੂੰ ਇੰਡੀਕੇਸ਼ਨ ਹੋ ਗਈ ਐਸਮਾ ਅਟੈਕ ਸਟਾਰਟ ਹੋ ਗਿਆ, ਹੈ ਨਾ, ਤੇ ਆਪਾਂ ਟ੍ਰੀਟਮੈਂਟ ਕਰ ਦਾਂਗੇ। ਪਰ ਪੇਸ਼ੈਂਟ ਦੀ ਇੱਕੋਦਮ ਆਵਾਜ਼ ਆਉਣੀ ਬੰਦ ਹੋ ਗਈ, ਤੇ ਬੱਚਿਆਂ ਨੂੰ ਕਈ ਵਾਰੀ ਲੱਗਦਾ ਹੈ ਕਿ ਪੇਸ਼ੈਂਟ ਠੀਕ ਹੋ ਗਿਆ, ਹੁਣ ਤੇ ਆਵਾਜ਼ਾਂ ਹੀ ਨਹੀਂ ਆ ਰਹੀਆਂ। ਪਰ this one is the worst thing that will happen to your asthma patient। ਕਿਉਂ? ਕਿਉਂਕਿ ਸਡਨ ਉਹਨਾਂ ਨੇ ਕਿਹਾ ਆ ਕਿ ਆਵਾਜ਼ ਆਉਣੀ ਹੀ ਬੰਦ ਹੋ ਗਈ, ਮਤਲਬ ਕੋਈ ਨਾਰਮਲ ਬਰੀਦਿੰਗ ਸਾਊਂਡ ਵੀ ਨਹੀਂ ਆ ਰਹੀ, ਕੋਈ ਸਾਊਂਡ ਨਹੀਂ ਆ ਰਹੀ, ਇਹਦਾ ਮਤਲਬ ਸਾਹ ਅੰਦਰ ਜਾਣਾ ਹੀ ਬੰਦ ਹੋ ਗਿਆ। ਸੋ ਦੈਟ ਡਸ ਇੰਡੀਕੇਟ ਕਿ ਇਹ ਸਾਇਲੈਂਟ ਚੈਸਟ ਹੋ ਰਹੀ ਆ, ਦਿਸ ਇਜ਼ ਲਾਈਫ ਥ੍ਰੈਟਨਿੰਗ ਮੈਡੀਕਲ ਐਮਰਜੈਂਸੀ। ਆਪਣੇ ਪੇਸ਼ੈਂਟ ਨੂੰ ਤੁਸੀਂ ਬਚਾਓ। ਨੈਕਸਟ ਵਰਡ ਆ ਜਾਂਦਾ ਆ, ਅਗੇਨ ਐਸਮਾ ਨਾਲ ਯੂ ਰਿਲੇਟ ਕਰਦੇ, ਸਟਰਾਈਡਰ। ਸਟਰਾਈਡਰ ਹੋ ਗਿਆ, ਵੀਜ਼ਿੰਗ ਹੋ ਗਈ, ਇਹ ਵੀ ਦੋਨੋਂ ਜਿਹੜੀਆਂ ਸਾਊਂਡਸ ਹੁੰਦੀਆਂ ਆ। ਸਟਰਾਈਡਰ ਤੁਸੀਂ ਕਹਿ ਸਕਦੇ ਹੋ ਵਰਸਟ ਫਾਰਮ ਕਹਿ ਲਓ, ਕਿ ਇਹ ਤੋਂ ਵੀ ਜ਼ਿਆਦਾ ਆਵਾਜ਼ ਆਉਂਦੀ ਹੈ ਵੀਜ਼ਿੰਗ ਨਾਲੋਂ। ਵੀਜ਼ਿੰਗ ਅਗਰ ਤੁਹਾਡੀ ਥੋੜ੍ਹੀ ਆਪਾਂ ਕਹਾਂਗੇ ਕਿ ਜਿਵੇਂ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਹੈ ਨਾ ਹਨੇਰੀ ਆਉਂਦੀ ਆ, ਅਤੇ ਹਨੇਰੀ ਅਗਰ
ਛੋਟੇ ਹੈ ਨਾ ਪੈਸੇਜਵੇ ਚੋਂ ਨਿਕਲ ਕੇ ਜਾਂਦੀ ਤੇ ਉੱਥੇ ਕਿੰਨੀ ਜ਼ੋਰ ਦੀ ਆਵਾਜ਼ ਆਉਂਦੀ ਆ। ਸੋ ਵੀਜ਼ਿੰਗ ਸਾਊਂਡ ਵੀ ਉਦਾਂ ਦੀ ਆ। ਵੀਜ਼ਿੰਗ ਸਾਊਂਡ ਦੀ ਥੋੜੀ ਹੋਰ ਆਪਾਂ ਕਹਿੰਦੇ ਆ ਹਾਈ ਪਿਚ ਲੈ ਜਾਓ ਤੇ ਉਹ ਸਟਰਾਈਡਰ ਵਾਲੀ ਸਾਊਂਡਸ ਹੁੰਦੀ ਆ। ਅਗੇਨ ਇਹ ਸਾਨੂੰ ਕੀ ਇੰਡੀਕੇਟ ਕਰਦੀਆਂ ਕਿ ਪੇਸ਼ੈਂਟ ਦਾ 에ਅਰਵੇ ਬਹੁਤ ਨੈਰੋ ਹੋ ਗਿਆ, ਵੀ ਹੈਵ ਟੂ ਸੇਵ ਦੀ ਪੇਸ਼ੈਂਟ। ਸੋ ਅਗੇਨ ਇਹਨੂੰ ਵਰਸ ਕੰਡੀਸ਼ਨ ਤੁਸੀਂ ਕੰਸੀਡਰ ਕਰੋਗੇ ਐਂਡ ਯੂ ਹੈਵ ਟੂ ਰਿਪੋਰਟ ਟੂ ਦੀ ਹੈਲਥ ਕੇਅਰ ਪ੍ਰੋਵਾਈਡਰ ਇਮੀਡੀਏਟਲੀ। ਪਲੱਸ ਸੈਕਿੰਡ, ਹੈਲਥ ਕੇਅਰ ਪ੍ਰੋਵਾਈਡਰ ਨੂੰ ਵੀ ਰਿਪੋਰਟ ਕਰਨ ਤੋਂ ਪਹਿਲਾਂ ਐਲਬਿਟਰੋਲ ਜ਼ਰੂਰ ਦੇ ਦਿਓ ਪੇਸ਼ੈਂਟ ਨੂੰ। ਨੈਕਸਟ ਆ ਗਿਆ, ਅਗਰ ਵਰਡ ਲਿਖਿਆ ਹੁੰਦਾ ਪੈਰਾਡੌਕਸੀਕਲ ਬਰੀਦਿੰਗ ਔਰ ਯੂਜ਼ ਆਫ ਅਸੈਸਰੀ ਮਸਲਸ। ਦੇਖੋ ਨਾਰਮਲੀ ਆਪਾਂ ਜਦੋਂ ਸਾਹ ਲੈਂਦੇ ਆ ਸਾਡੇ ਕਿਹੜੇ ਚੈਸਟ ਦੇ ਮਸਲਸ ਯੂਜ਼ ਹੋ ਰਹੇ ਆ। ਹੁਣ ਚੈਸਟ ਦੇ ਮਸਲਸ ਜਦੋਂ ਯੂਜ਼ ਹੁੰਦੇ ਉਹਨਾਂ ਆਪਾਂ ਇਨਹਲੇਸ਼ਨ ਐਕਸਪੀਰੇਸ਼ਨ ਦੋਨੋਂ ਚੀਜ਼ਾਂ ਕਰਦੇ ਆ, ਸਾਹ ਅੰਦਰ ਲੈਂਦੇ ਆ ਬਾਹਰ ਲੈਂਦੇ ਆ। ਤੁਸੀਂ ਸੋਚੋ ਇੱਕ ਪੇਸ਼ੈਂਟ ਦੇ ਚੈਸਟ ਮਸਲਸ ਤੇ ਯੂਜ਼ ਹੋ ਹੀ ਰਹੇ ਸੀਗੇ, ਪਲੱਸ ਉਹਦੇ ਐਕਸਟਰਾ ਜਿਹੜੇ ਅਸੈਸਰੀ ਮਸਲਸ ਹੁੰਦੇ ਆ ਜਿਵੇਂ ਆਪਾਂ ਸਟਰਨੋਕਲਾਈਡੋਮੈਸਟੋਇਡ ਮਸਲਸ ਕਹਿ ਦਿੰਦੇ ਆ, ਇਹ ਵੀ ਯੂਜ਼ ਹੋਣੇ ਸ਼ੁਰੂ ਹੋ ਗਏ। ਇਹ ਉਦੋਂ ਯੂਜ਼ ਹੋਣੇ ਸ਼ੁਰੂ ਹੁੰਦੇ ਆ ਜਦੋਂ ਪੇਸ਼ੈਂਟ ਦਾ ਬਹੁਤ ਹੀ ਜ਼ੋਰ ਲੱਗ ਜਾਂਦਾ ਸਾਹ ਲੈਣ ਤੇ। ਤੁਸੀਂ ਅਗਰ ਮੂਵੀਜ਼ 'ਚ ਵੀ ਦੇਖਿਆ ਹੋਊਗਾ ਹੈ ਨਾ, ਕੋਈ ਮਰਡਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਹ ਬੰਦ ਕਰ ਦਿੰਦਾ ਆ ਤੇ ਉਹ ਕਿੰਨੀ ਜ਼ੋਰ ਦੀ ਗੈਸਪ ਕਰਦਾ ਹੈ ਕਿ ਮੈਨੂੰ ਸਾਹ ਕਿਸੇ ਤਰੀਕੇ ਨਾਲ ਆ ਜਾਏ। ਉਸ ਟਾਈਮ ਤੇ ਆਹ ਸਾਰੇ ਮਸਲਸ ਦੀ ਖਿੱਚ ਪੈਂਦੀ ਤੁਹਾਨੂੰ ਨਜ਼ਰ ਆਉਂਦੀ ਹੁੰਦੀ ਆ। ਸੋ ਦੈਟ ਇਜ਼ ਦੀ ਯੂਜ਼ ਆਫ ਅਸੈਸਰੀ ਮਸਲਸ। ਇਹਨੂੰ ਆਪਾਂ ਪੈਰਾਡੌਕਸੀਕਲ ਬਰੀਦਿੰਗ ਵੀ ਵਰਡ ਯੂਜ਼ ਕਰ ਦਿੰਦੇ ਆ। ਹੁਣ ਪੈਰਾਡੌਕਸੀਕਲ ਵਰਡ ਕਿੱਥੇ ਯੂਜ਼ ਕਰਦੇ ਆ, ਜਿੱਥੇ ਆਪਣੀ ਐਕਸਪੈਕਟੇਸ਼ਨ ਤੇ ਹੁੰਦੀ ਹੈ ਕਿ ਚੈਸਟ ਮਸਲ ਯੂਜ਼ ਹੋਣੇ ਚਾਹੀਦੇ ਸੀ। ਪੈਰਾਡੌਕਸੀਕਲ ਹੋ ਗਿਆ ਕਿ ਆਪਾਂ ਅਸੈਸਰੀ ਮਸਲਸ ਨੂੰ ਯੂਜ਼ ਨਹੀਂ ਕਰ ਰਹੇ ਫਿਲਹਾਲ ਕਿਉਂਕਿ ਨਾਰਮਲ ਬਰੀਦਿੰਗ ਹੋ ਰਹੀ ਆ। ਬਟ ਉਹਦਾ ਆਪੋਜ਼ਿਟ ਹੋ ਗਿਆ ਕਿ ਹੁਣ ਉਹ ਅਸੈਸਰੀ ਮਸਲਸ ਵੀ ਯੂਜ਼ ਕਰ ਰਿਹਾ। ਇਟ ਮੀਨਸ ਪੇਸ਼ੈਂਟ ਦਾ ਕੀ ਹੋ ਰਿਹਾ, ਵਰਸ ਕੰਡੀਸ਼ਨ ਹੋ ਰਹੀ ਆ। ਵੀ ਨੀਡ ਟੂ ਸੇਵ ਦੈਟ ਪੇਸ਼ੈਂਟ। ਨੈਕਸਟ ਆ ਗਿਆ ਪ੍ਰੋਲੋਂਗਡ ਐਕਸਹਲੇਸ਼ਨ। ਹੁਣ ਇਹ ਨੈਕਸਟ ਤੁਹਾਡਾ ਅਗੇਨ ਐਸਮਾ ਨੇ, ਉਹਨਾਂ ਨੇ ਤੁਹਾਨੂੰ ਰਿਲੇਟ ਕਰ ਦੇਣਾ ਅਗੇਨ ਪੇਸ਼ੈਂਟ ਇਜ਼ ਵਿਦ ਐਸਮਾ ਐਂਡ ਉਹਨਾਂ ਨੇ ਇਸ ਟਾਈਮ ਸਿਚੁਏਸ਼ਨ ਕੀ ਰੱਖੀ ਆ, ਐਕਸਹਲੇਸ਼ਨ ਜੋ ਕਿ ਸਾਹ ਬਾਹਰ ਕੱਢ ਰਿਹਾ ਸੀ ਉਹ ਪ੍ਰੋਲੋਂਗ ਹੋ ਗਿਆ। ਕਿਉਂ? ਕਿਉਂਕਿ 에ਅਰਵੇ ਨੈਰੋ ਹੋ ਗਿਆ। ਹੁਣ ਉਹਦਾ ਸਾਹ ਜਦੋਂ ਬਾਹਰ ਨਿਕਲਦਾ ਸੀ ਇੱਕ ਤੇ ਸਾਊਂਡ ਪ੍ਰੋਡਿਊਸ ਕਰ ਰਿਹਾ ਸੀ, ਵੀਜ਼ਿੰਗ ਸਾਊਂਡ ਆ ਰਹੀ ਸੀ। ਸੈਕਿੰਡ, ਹੁਣ ਉਹ ਰਿਡਿਊਸ ਹੋਣ ਕਰਕੇ ਜਿਹੜਾ ਉਹਦੀ ਐਕਸਹਲੇਸ਼ਨ ਆ ਉਹ ਵੀ ਲੰਬੀ ਹੋਈ ਜਾ ਰਹੀ ਹੈ। ਮੀਨਸ ਹੌਲੀ ਹੌਲੀ ਜਦੋਂ ਸਾਹ ਬਾਹਰ ਨਿਕਲੂਗਾ ਤੇ ਉਹਦੀ ਐਕਸਹਲੇਸ਼ਨ ਦਾ ਟਾਈਮ ਲਾਈਨ ਵੀ ਤੇ ਵੱਧ ਜੂਗਾ ਨਾ। ਇਹ ਵੀ ਕੀ ਇੰਡੀਕੇਟ ਕਰਦੇ, ਸਭ ਕੁਝ ਇੰਡੀਕੇਟ ਕਰਦੇ ਕਿ ਪੇਸ਼ੈਂਟ ਦੀ ਕੰਡੀਸ਼ਨ ਵਰਸ ਹੋ ਰਹੀ ਹੈ। ਐਂਡ ਅਗੇਨ ਐਲਬਿਟਰੋਲ ਦੋ ਕਿ ਪੇਸ਼ੈਂਟ ਨੂੰ ਜਿਹੜੀ ਚੀਜ਼ ਤੋਂ ਹੀ ਪ੍ਰੋਬਲਮ ਸਟਾਰਟ ਹੋਈ ਸੀ ਤੁਸੀਂ ਉਹਨੂੰ ਹੀ ਠੀਕ ਕਰ ਰਹੇ ਹੋ। ਕਿਉਂਕਿ ਸਟਾਰਟ ਹੋਈ ਸੀ ਬ੍ਰੋਂਕੋ ਕੰਸਟ੍ਰਿਕਸ਼ਨ ਤੋਂ, ਤੁਸੀਂ ਦੇਤਾ ਬ੍ਰੋਂਕੋ ਡਾਇਲੇਟਰ ਵਿਚ ਇਜ਼ ਐਲਬਿਟਰੋਲ। ਨੈਕਸਟ ਆ ਗਿਆ ਹਾਈਪਰਕੈਪਨੀਆ। ਅਗਰ ਕਿਤੇ ਵੀ ਐਸਮਾ ਲਿਖਿਆ ਹੁੰਦਾ ਹੈ ਤੇ ਤੁਸੀਂ ਪੇਸ਼ੈਂਟ ਦਾ ਕਾਰਬਨ ਡਾਈਆਕਸਾਈਡ ਲੈਵਲ ਚੈੱਕ ਕਰ ਦਿਓ ਹੈ ਨਾ। ਤੇ ਸਪੈਸ਼ਲੀ ਅਕਿਊਟ ਐਸਮਾ ਅਟੈਕ ਜਦੋਂ ਆ ਰਿਹਾ ਉਦੋਂ ਇਹ ਇਨਕਰੀਜ਼ ਹੋ ਸਕਦਾ ਹੈ ਨਾ। ਹੁਣ ਇਹ ਇਨਕਰੀਜ਼ ਕਿਉਂ ਹੋ ਰਿਹਾ ਆ? ਨਾਰਮਲੀ ਕੀ ਕਰਦੇ ਆਪਾਂ, ਆਕਸੀਜਨ ਇਨ ਕਰਦੇ ਹਾਂ, ਕਾਰਬਨ ਡਾਈਆਕਸਾਈਡ ਆਊਟ ਕਰਦੇ ਹਾਂ। ਜਦੋਂ ਆਕਸੀਜਨ ਇਨ ਤੇ ਕਾਰਬਨ ਡਾਈਆਕਸਾਈਡ ਹੋ ਰਹੀ ਹੈ ਤੇ ਨਾਰਮਲ ਹੋ ਗਿਆ ਹੈ ਨਾ। ਪਰ ਆਪਾਂ ਕਹਿੰਦੇ ਹਾਂ 에ਅਰਵੇ ਹੋ ਗਿਆ ਨੈਰੋ। ਹੁਣ ਕਾਰਬਨ ਡਾਈਆਕਸਾਈਡ ਅੰਦਰ ਰਹਿਣੀ ਸ਼ੁਰੂ ਹੋ ਗਈ ਕਿ ਬਾਹਰ ਨਹੀਂ ਜਾ ਰਹੀ ਪ੍ਰੋਪਰਲੀ, ਤੇ ਬਾਹਰੋਂ ਆਕਸੀਜਨ ਵੀ ਨਹੀਂ ਪ੍ਰੋਪਰਲੀ ਅੰਦਰ ਆ ਰਹੀ ਤੇ ਫਿਰ ਅੰਦਰ ਕਾਰਬਨ ਡਾਈਆਕਸਾਈਡ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਆ। ਸੋ ਕੈਪਨੀਆ ਮੀਨਸ ਕਾਰਬਨ ਡਾਈਆਕਸਾਈਡ, ਹਾਈਪਰ ਮੀਨਸ ਇਨਕਰੀਜ਼ਡ। ਸੋ ਇਹ ਵੀ ਕੀ ਹੋ ਗਿਆ, ਅਗੇਨ ਇਟ ਇੰਡੀਕੇਟਸ ਬੈਡ ਵੈਰੀ ਬੈਡ ਕੰਡੀਸ਼ਨ। ਸੋ ਇਹ ਚੀਜ਼ਾਂ ਅਗਰ ਤੁਹਾਨੂੰ ਹੈ ਨਾ ਕਿਸੇ ਵੀ ਤਰੀਕੇ ਨਾਲ ਕੁਐਸਚਨ ਨੂੰ ਰਿਲੇਟ ਕਰਦਾ ਹੈ, ਇਤਨਾ ਹੀ ਤੁਹਾਨੂੰ ਕੁਐਸਚਨ ਆਉਣਗੇ ਫਾਈਨਲਸ ਦੇ ਵਿੱਚ, ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੇਰਾ ਪੇਸ਼ੈਂਟ ਇੱਥੇ ਆਪਣੀ ਲਾਈਫ ਥ੍ਰੈਟਨਿੰਗ ਸਿਚੁਏਸ਼ਨ 'ਚ ਪਹੁੰਚ ਚੁੱਕਾ ਹੈ। ਆਈ ਹੈਵ ਟੂ ਸੇਵ ਦਿਸ ਪੇਸ਼ੈਂਟ। ਚਾਹੇ ਪ੍ਰਾਇੋਰਿਟੀ ਦੇ ਫਾਰਮ ਵਿੱਚ ਆ ਰਿਹਾ, ਚਾਹੇ ਕੰਸਰਨ ਦੀ ਫਾਰਮ 'ਚ ਆ ਰਿਹਾ ਕਿ ਨਰਸ ਦਾ ਮੇਜਰ ਕੰਸਰਨ ਕੀ ਰਹੇਗਾ, ਸੀਰੀਅਸ ਕੰਸਰਨ ਕੀ ਰਹੇਗਾ, ਚਾਹੇ ਕੋਈ ਲੈਬ ਵੈਲਿਊ ਨੂੰ ਦੇਖ ਕੇ ਆ ਰਿਹਾ, ਚਾਹੇ ਸਾਊਂਡਸ ਤੇ ਬੇਸਡ ਕੁਐਸਚਨ ਆ ਰਿਹਾ। ਦਿਸ ਇਜ਼ ਸੋ ਈਜ਼ੀ ਟੂ ਲਰਨ ਅਗਰ ਤੁਹਾਨੂੰ ਉਹਦਾ ਬੇਸਿਕ ਕਲੀਅਰ ਹੋ ਗਿਆ।